ਪਹਿਲਾ ਇਤਿਹਾਸ ਅਧਿਆਇ 17। ਦਾਊਦ ਦੀ ਬੇਨਤੀ। ਅਜਿਹਾ ਹੋਇਆ ਕਿ ਜਦ ਦਾਊਦ ਆਪਣੇ ਮਹਿਲ ਵਿੱਚ ਟਿਕਿਆ ਤਾਂ ਦਾਊਦ ਨੇ ਨਥਾਨ ਨਬੀ ਨੂੰ ਆਖਿਆ, ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਦੇ ਵਿੱਚ ਰਹਿੰਦਾ ਹਾਂ, ਪਰ ਯਹੋਵਾ ਦੇ ਨੇਮ ਦਾ ਸੰਦੂਕ ਪਰਦਿਆਂ ਦੇ ਹੇਠ ਹੈ। ਤਾਂ ਨਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰਾ ਮਨੋਰਥ ਹੈ ਸੋ ਕਰ, ਕਿਉਂ ਜੋ ਪਰਮੇਸ਼ਰ ਤੇਰੇ ਸੰਗ ਹੈ। ਔਰ ਉਸੇ ਰਾਤ ਅਜਿਹਾ ਹੋਇਆ ਜੋ ਪਰਮੇਸ਼ਰ ਦੀ ਬਾਣੀ ਨਥਾਨ ਨੂੰ ਆਈ ਕਿ ਤੂੰ ਜਾ ਔਰ ਮੇਰੇ ਦਾਸ ਦਾਊਦ ਨੂੰ ਆਖ ਪਈ, ਯਹੋਵਾ ਇਹ ਆਖਦਾ ਹੈ, ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ, ਕਿਉਂਕਿ ਮੈਂ ਤਾਂ ਜਦ ਦਾ ਇਸਰਾਏਲ ਨੂੰ ਉਤਾਂ ਲਿਆਇਆ ਹਾਂ, ਅਜੇ ਤੋੜੀ ਕਿਸੇ ਭਵਨ ਵਿੱਚ ਨਾ ਵਸਿਆ, ਸਗੋਂ ਤੰਬੂ ਤੋਂ ਤੰਬੂ ਔਰ ਡੇਰੇ ਤੋਂ ਡੇਰੇ ਵਿੱਚ ਫਿਰਦਾ ਰਿਹਾ ਹਾਂ। ਅਤੇ ਜਿੱਥੇ ਜਿੱਥੇ ਮੈਂ ਸਾਰੇ ਇਸਰਾਏਲ ਦੇ ਨਾਲ ਫਿਰਦਾ ਰਿਹਾ ਹਾਂ, ਭਲਾ ਮੈਂ ਇਸਰਾਏਲ ਦੇ ਨਿਆਂਇਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ, ਕਿਸੇ ਨੂੰ ਕਦੀ ਆਖਿਆ ਪਈ ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ। ਇਸ ਲਈ ਤੂੰ ਹੁਣ ਮੇਰੇ ਦਾਸ ਦਾਊਦ ਨੂੰ ਇਹ ਆਖ ਪਈ, ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਮੈਂ ਤੈਨੂੰ ਵਲਗਣਾ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੈ ਮੈਂ ਸੈਂ ਕੱਢ ਕੇ ਆਪਣੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ। ਔਰ ਜਿੱਥੇ ਕਿਤੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਔਰ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ। ਅਤੇ ਮੈਂ ਉਹਨਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਮ ਜਗਤ ਵਿੱਚ ਵੱਡਾ ਹੈ ਤੇਰਾ ਨਾਮ ਵੀ ਕੀਤਾ। ਔਰ ਮੈਂ ਆਪਣੇ ਇਸਰਾਏਲੀ ਪਰਜਾ ਦੇ ਲਈ ਇੱਕ ਥਾਂ ਠਹਿਰਾਵਾਂਗਾ ਔਰ ਉਸ ਨੂੰ ਟਿਕਾਵਾਂਗਾ, ਜੋ ਉਹ ਆਪਣੇ ਹੀ ਥਾਂ ਵਿੱਚ ਵਸਣ ਅਤੇ ਫੇਰ ਕਦੀ ਨਾ ਪਾਉਣ, ਔਰ ਅਪਰਾਧੀਆਂ ਦੇ ਪੁੱਤਰਾਂ ਅੱਗੇ ਵਾਂਗਰ ਉਹਨਾਂ ਦਾ ਫੇਰ ਵਿਗਾੜ ਨਾ ਕਰਨਗੇ, ਨਾ ਉਸ ਦਿਨ ਵਾਂਗੂ ਜਿਸ ਵਿੱਚ ਮੈਂ ਨਿਆਂਇਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੋ ਔਰ ਮੈਂ ਤੇਰੇ ਸਾਰੇ ਵੈਰੀਆਂ ਨੂੰ ਦਬਾਵਾਂਗਾ। ਇਹ ਦੇ ਬਾਝੋਂ ਮੈਂ ਤੈਨੂੰ ਆਖਦਾ ਹਾਂ, ਜੋ ਯਹੋਵਾ ਤੇਰੇ ਲਈ ਇੱਕ ਘਰਾਣਾ ਬਣਾਵੇਗਾ ਔਰ ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਔਰ ਤੈਨੂੰ ਪਿੱਤਰਾਂ ਦੇ ਕੋਲ ਜਾਣਾ ਪਵੇਗਾ, ਤਾਂ ਅਜਿਹਾ ਹੋਵੇਗਾ ਜੋ ਮੈਂ ਤੇਰੇ ਪਿੱਛੇ ਤੇਰੇ ਪੁੱਤਰ ਵਿੱਚੋਂ ਤੇਰੇ ਵੰਸ਼ ਨੂੰ ਸਥਿਰ ਕਰਾਂਗਾ ਔਰ ਮੈਂ ਉਹਦੇ ਰਾਜ ਨੂੰ ਪੱਕਾ ਕਰਾਂਗਾ। ਉਹ ਮੇਰੇ ਲਈ ਇੱਕ ਭਵਨ ਬਣਾਵੇਗਾ ਔਰ ਮੈਂ ਉਸ ਦੀ ਗੱਦੀ ਸਦੀਵ ਤੋਰੀ ਅਚਲ ਰੱਖਾਂਗਾ। ਮੈਂ ਉਸ ਦਾ ਪਿਤਾ ਬਣਾਂਗਾ ਔਰ ਉਹ ਮੇਰਾ ਪੁੱਤਰ ਹੋਵੇਗਾ, ਔਰ ਮੈਂ ਉਸ ਦੇ ਉੱਤੋਂ ਆਪਣੀ ਦਇਆ ਮੋੜ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਜਿਹੜਾ ਇੱਥੋਂ ਪਹਿਲੇ ਸੀ ਮੋੜ ਲਈ। ਸਗੋਂ ਮੈਂ ਉਹਨੂੰ ਆਪਣੇ ਭਵਨ ਵਿੱਚ ਔਰ ਆਪਣੇ ਰਾਜ ਵਿੱਚ ਸਦਾ ਤੋੜੀ ਸਥਿਰ ਕਰਾਂਗਾ ਔਰ ਉਸ ਦੀ ਰਾਜ ਗੱਦੀ ਸਦੀਵ ਕਾਲ ਤੀਕਰ ਦ੍ਰਿੜ ਰਹੇਗੀ। ਤਾਂ ਨਥਾਨ ਨੇ ਇਹਨਾਂ ਸਾਰੀਆਂ ਗੱਲਾਂ ਔਰ ਇਸ ਸਾਰੀ ਦ੍ਰਿਸ਼ਟ ਦੇ ਅਨੁਸਾਰ ਦਾਊਦ ਨੂੰ ਆਖਿਆ। ਤਾਂ ਦਾਊਦ ਪਾਤਸ਼ਾਹ ਅੰਦਰ ਵੜਿਆ ਔਰ ਯਹੋਵਾ ਦੇ ਹਜ਼ੂਰ ਬੈਠ ਕੇ ਇਹ ਆਖਿਆ, हे ਯਹੋਵਾ ਪਰਮੇਸ਼ਰ, ਮੈਂ ਕੌਣ ਹਾਂ ਔਰ ਮੇਰੀ ਕੁੱਲ ਕੀ ਹੈ ਜੋ ਤੂੰ ਮੈਨੂੰ ਇੱਥੋਂ ਤੋੜੀ ਅਪੜਾ ਦਿੱਤਾ। हे ਪਰਮੇਸ਼ਰ, ਇਹ ਤਾਂ ਤੇਰੀ ਦ੍ਰਿਸ਼ਟ ਵਿੱਚ ਥੋੜੀ ਜਿਹੀ ਗੱਲ ਸੀ, ਪਰ ਤੈਂ ਆਪਣੇ ਦਾਸ ਦੀ ਕੁੱਲ ਦੇ ਵਿਖੇ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ। ਔਰ हे ਯਹੋਵਾ ਪਰਮੇਸ਼ਰ, ਮੇਰੇ ਉੱਤੇ ਅਜਿਹੀ ਕਿਰਪਾ ਦ੍ਰਿਸ਼ਟ ਕੀਤੀ ਜੋ ਮਾਨੋ ਮੈਂ ਵੱਡੀ ਪਦਵੀ ਵਾਲਾ ਮਨੁੱਖ ਹਾਂ। ਅੱਗੋਂ ਦਾਊਦ ਉਸ ਵਡਿਆਈ ਦੇ ਲਈ ਜਿਹੜੀ ਤੈਂ ਆਪਣੇ ਦਾਸ ਨੂੰ ਦਿੱਤੀ ਤੈਨੂੰ ਕੀ ਆਖ ਸਕੇ, ਕਿਉਂ ਜੋ ਤੂੰ ਆਪਣੇ ਦਾਸ ਦਾ ਜਾਣੂ ਹੈ। हे ਯਹੋਵਾ, ਤੈਂ ਆਪਣੇ ਸੇਵਕ ਦੇ ਲਈ ਔਰ ਆਪਣੇ ਮਨ ਦੇ ਅਨੁਸਾਰ ਇਹ ਸਾਰੀ ਵਡਿਆਈ ਵਾਲਾ ਕੰਮ ਕੀਤਾ, ਸੋ ਸਾਰੀਆਂ ਵਡਿਆਈਆਂ ਉਜਾਗਰ ਹੋਣ। हे ਯਹੋਵਾ, ਤੇਰੇ ਤੁੱਲ ਕੋਈ ਨਹੀਂ ਹੈ ਔਰ ਤੇਰੇ ਬਾਝੋਂ ਜਿੱਥੋਂ ਤੋੜੀ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਹੋਰ ਕੋਈ ਪਰਮੇਸ਼ਰ ਨਹੀਂ ਹੈ। ਔਰ ਸਾਰੇ ਜਗਤ ਵਿੱਚ ਕਿਹੜੀ ਜਾਤ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ਰ ਆਪ ਗਿਆ ਕਿ ਉਸ ਨੂੰ ਆਪਣੀ ਪਰਜਾ ਬਣਾਵੇ ਔਰ ਵੱਡੇ ਵੱਡੇ ਔਰ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ, ਜੋ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ਼ ਵਿੱਚੋਂ ਛੁਡਾ ਲਿਆਇਆ ਕੌਮਾਂ ਨੂੰ ਕੱਢ ਦਿੱਤਾ, ਕਿਉਂ ਜੋ ਤੈਂ ਆਪਣੀ ਪਰਜਾ ਇਸਰਾਏਲ ਨੂੰ ਸਦੀਵ ਕਾਲ ਤੋੜੀ ਆਪਣੀ ਪਰਜਾ ਬਣਾਇਆ ਔਰ ਤੂੰ ਆਪ हे ਯਹੋਵਾ ਉਹਨਾਂ ਦਾ ਪਰਮੇਸ਼ਰ ਬਣਿਆ। ਸੋ ਹੁਣ हे ਯਹੋਵਾ,
ਉਹ ਬਚਨ ਜਿਹੜਾ ਤੈਂ ਆਪਣੇ ਦਾਸ ਦੇ ਲਈ ਔਰ ਉਸ ਦੀ ਕੁੱਲ ਦੇ ਲਈ ਆਖਿਆ ਸੀ, ਸਦਾ ਤੋੜੀ ਸਥਿਰ ਹੋਵੇ ਔਰ ਆਪਣੇ ਬਚਨ ਦੇ ਅਨੁਸਾਰ ਕਰ। ਹਾਂ, ਉਹ ਸਥਿਰ ਹੋਵੇ ਅਤੇ ਤੇਰਾ ਨਾਮ ਦੀ ਮਹਿਮਾ ਸਦੀਵ ਕਾਲ ਤੀਕਰ ਪ੍ਰਸਿੱਧ ਹੋਵੇ। ਔਰ ਆਖਿਆ ਜਾਵੇ, ਜੋ ਸੈਨਾ ਦਾ ਯਹੋਵਾ ਇਸਰਾਇਲ ਦਾ ਪਰਮੇਸ਼ਰ ਹੈ, ਹਾਂ, ਇਸਰਾਇਲ ਦੇ ਲਈ ਪਰਮੇਸ਼ਰ ਹੈ। ਔਰ ਤੇਰੇ ਦਾਸ ਦਾਊਦ ਦੀ ਕੁੱਲ ਤੇਰੇ ਅੱਗੇ ਅਟਲ ਰਹੇ, ਕਿਉਂ ਜੋ ਤੈਂ हे ਮੇਰੇ ਪਰਮੇਸ਼ਰ ਆਪਣੇ ਦਾਸ ਦਾ ਕੰਨ ਖੋਲਿਆ, ਜੋ ਮੈਂ ਤੇਰੇ ਲਈ ਇੱਕ ਘਰਾਣਾ ਬਣਾਵਾਂਗਾ। ਇਸੇ ਕਾਰਨ ਤੇਰੇ ਦਾਸ ਨੇ ਤੇਰੇ ਅੱਗੇ ਅਰਦਾਸ ਕਰਨ ਦਾ ਹੌਸਲਾ ਰੱਖਿਆ। ਔਰ ਹੁਣ हे ਯਹੋਵਾ, ਤੂੰ ਹੀ ਤਾਂ ਪਰਮੇਸ਼ਰ ਹੈ ਔਰ ਤੈਂ ਆਪਣੇ ਦਾਸ ਨੂੰ ਇਸ ਸੁੱਖ ਸਾਂਝ ਦਾ ਬਚਨ ਕੀਤਾ। ਸੋ ਹੁਣ ਤੈਨੂੰ ਪਾਇਆ ਹੈ ਜੋ ਤੂੰ ਆਪਣੇ ਦਾਸ ਦੀ ਕੁੱਲ ਨੂੰ ਅਸੀਸ ਦਿੱਤੀ, ਭਈ ਉਹ ਤੇਰੇ ਅੱਗੇ ਸਦਾ ਤੋਰੀ ਸਥਿਰ ਰਹੇ, ਕਿਉਂਕਿ हे ਯਹੋਵਾ ਤੈਂ ਅਸੀਸ ਦਿੱਤੀ ਹੈ ਅਤੇ ਉਹ ਸਦਾ ਤੋਰੀ ਮੁਬਾਰਕ ਰਹੇ। ਆਮੀਨ।